ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਜੰਮੂ ਕਸ਼ਮੀਰ ਵਿੱਚ ਗੋਲੀਬੰਦੀ ਦੀ ਉਲੰਘਣਾ ਲਗਾਤਾਰ ਹੋ ਰਹੀ ਹੈ। ਗੋਲੀਬਾਰੀ ਦੇ ਨਤੀਜੇ ਵਜੋਂ ਸਰਹੱਦ ਉੱਤੇ ਇੱਕ ਭਾਰਤੀ ਫੌਜੀ ਦੀ ਮੌਤ ਹੋਈ ਹੈ। ਭਾਰਤ ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ ਹੈ। ਜਦੋਂ ਇੱਕ ਪਾਸੇ ਗੋਲੀਬੰਦੀ ਦਾ ਲਗਾਤਾਰ ਉਲੰਘਣ ਹੋ ਰਿਹਾ ਹੈ ਤਾਂ ਦੂਜੇ ਪਾਸੇ ਦੋਵਾਂ ਮੁਲਕਾਂ ਵਿੱਚ ਕਿਸੇ ਨਾ ਕਿਸੇ ਪੱਧਰ ਉੱਤੇ ਗੱਲਬਾਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਨਿਊਯਾਰਕ ਵਿੱਚ ਹੋ ਕੇ ਹਟੀ ਹੈ। ਇਹਨਾਂ ਹਾਲਾਤ ਨੂੰ ਕਿਵੇਂ ਸਮਝਿਆ ਜਾਏ? ਜੰਮੂ ਦੇ ਪੁੰਛ ਜ਼ਿਲ੍ਹੇ ਵਿੱਚ ਸਰਹੱਦ ਉੱਤੇ ਗੋਲੀਬਾਰੀ ਕਾਰਨ ਇੱਕ ਭਾਰਤੀ ਫੌਜੀ ਦੀ ਮੌਤ ਹੋ ਗਈ ਹੈ। ਦਰਅਸਲ ਹੁਣ ਗੋਲੀਬੰਦੀ ਦੀ ਲਗਾਤਾਰ ਉਲੰਘਣਾ ਹੁੰਦੀ ਰਹਿੰਦੀ ਹੈ। ਬੀਤੇ 7 ਦਿਨਾਂ ਵਿੱਚ 10 ਵਾਰ ਗੋਲੀਬੰਦੀ ਦਾ ਉਲੰਘਣ ਹੋਇਆ ਹੈ। ਭਾਰਤੀ ਫੌਜ ਵੱਲੋਂ ਹਰ ਮੌਕੇ ਉੱਤੇ ਜਵਾਬੀ ਗੋਲੀਬਾਰੀ ਕੀਤੀ ਗਈ। ਗੋਲੀਬੰਦੀ ਵਿੱਚ ਇਸ ਤਰ੍ਹਾਂ ਉਲੰਘਣ ਹੋਣ ਨਾਲ ਦੋਵਾਂ ਮੁਲਕਾਂ ਵਿੱਚ ਤਣਾਅ ਲਗਾਤਾਰ ਬਣਿਆ ਹੋਇਆ ਹੈ। ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸੰਮੇਲਨ ਦੌਰਾਨ ਮੁਲਾਕਾਤ ਕਰਕੇ ਹਟੇ ਨੇ। ਉਮੀਦ ਇਹ ਕੀਤੀ ਜਾਂਦੀ ਸੀ ਕਿ ਇਸ ਨਾਲ ਕੁਝ ਫਰਕ ਪਏਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਦੋਵਾਂ ਮੁਲਕਾਂ ਵਿੱਚ ਬੇਵਿਸਾਹੀ ਲਗਾਤਾਰ ਵੱਧ ਰਹੀ ਹੈ। ਮੌਜੂਦਾ ਹਾਲਾਤ ਵਿੱਚ ਕਈ ਸਵਾਲ ਨੇ। ਸਰਕਾਰ ਦੀਆਂ ਪਹਿਲਕਦਮੀਆਂ ਅਤੇ ਪਾਕਿਸਤਾਨੀ ਸਿਆਸਤਦਾਨਾਂ ਦੇ ਬਿਆਨਾਂ ਨੂੰ ਗੋਲੀਬੰਦੀ ਦੇ ਉਲੰਘਣ ਨਾਲ ਜੋੜ ਕੇ ਕਿਵੇਂ ਸਮਝਿਆ ਜਾਵੇ? ਇਸ ਵੇਲੇ ਗੋਲੀਬਾਰੀ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਕਿਹੋ ਜਿਹੀ ਕਾਰਵਾਈ ਜਾਂ ਪਹਿਲਕਦਮੀ ਇਸ ਮਾਮਲੇ ਵਿੱਚ ਠੋਸ ਹੱਲ ਪੇਸ਼ ਕਰ ਸਕਦੀ ਹੈ? ਕਈ ਤਰ੍ਹਾਂ ਦੇ ਅੰਦਾਜ਼ੇ ਨੇ। ਇਸ ਗੋਲੀਬਾਰੀ ਦਾ ਘੁਸਪੈਠ ਨਾਲ ਕੀ ਰਿਸ਼ਤਾ ਹੈ? ਆਉਂਦੀ ਠੰਡ ਨਾਲ ਕੀ ਰਿਸ਼ਤਾ ਬਣਦਾ ਹੈ? ਅਫਗਾਨਿਸਤਾਨ ਦੇ ਹਾਲਾਤ ਅਤੇ ਨਾਟੋ ਫੌਜ ਦੀ ਵਾਪਸੀ ਨਾਲ ਕੀ ਰਿਸ਼ਤਾ ਹੈ? ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਸ ਉੱਤੇ ਕਿਸ ਰੂਪ ਵਿੱਚ ਅਸਰਅੰਦਾਜ਼ ਹੋ ਰਹੇ ਨੇ? ਇਹਨਾਂ ਹਾਲਾਤ ਵਿੱਚ ਦੋਵਾਂ ਮੁਲਕਾਂ ਦੇ ਰਿਸ਼ਤੇ ਕਿਸ ਪਾਸੇ ਜਾ ਰਹੇ ਨੇ? ਇਹਨਾਂ ਸਾਰੇ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ JS ਬਾਠ, ਜੋ ਸੇਵਾ ਮੁਕਤ ਲੈਫਟੀਨੈਂਟ ਕਰਨਲ ਨੇ, ਹਰਵੰਸ ਸਿੰਘ, ਜੋ ਸੀਨੀਅਰ ਪੱਤਰਕਾਰ ਨੇ, ਬਿਕਰਮਜੀਤ ਸਿੰਘ, ਜੋ ਸੀਨੀਅਰ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਬਾਠ ਸਾਹਿਬ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਜਦੋਂ ਇਹ ਲਗਾਤਾਰ ਗੋਲੀਬੰਦੀ ਦਾ ਉਲੰਘਣ ਹੋ ਰਿਹਾ, ਸਾਡੀ ਇਹਦੇ ਬਾਰੇ ਕੀ ਸਮਝ ਬਣਦੀ ਹੈ ਕਿ ਕਿਹੜੇ ਕਾਰਨ ਨੇ ਜਿਹੜੇ ਇਹ ਗੋਲੀਬੰਦੀ ਦੇ ਉਲੰਘਣ ਤੱਕ ਪਹੁੰਚਦੇ ਨੇ? ਇਹ ਤਾਂ ਜੀ ਬਿਲਕੁਲ ਸਾਫ਼ ਹੈਗਾ। ਜਿਸ ਤਰ੍ਹਾਂ ਤੁਸੀਂ ਕਿਹਾ ਬਈ ਮੌਸਮ ਦਾ, ਘੁਸਪੈਠ ਦਾ ਤੇ ਗੋਲੀਬਾਰੀ ਦਾ ਆਪਸ 'ਚ ਤਾਲੁਕ ਹੈਗਾ ਜੀ। ਹੁਣ ਮੌਸਮ ਠੰਡ ਦਾ ਆ ਰਿਹਾ ਹੈਗਾ, ਬਰਫ਼ ਪੈਣੀ ਹੈਗੀ ਆ, ਉਸ ਤੋਂ ਬਾਅਦ ਘੁਸਪੈਠ ਬਹੁਤ ਔਖੀ ਹੋ ਜਾਣੀ ਹੈ। ਇਸ ਲਈ ਸਾਡੇ ਗੁਆਂਢੀ ਮੁਲਕ ਦੀ ਇਹ ਕੋਸ਼ਿਸ਼ ਹੈ ਵੀ ਜੀ ਟਾਈਮ ਹੁੰਦੇ ਮੌਕੇ ਦਾ ਫਾਇਦਾ ਉਠਾ ਕੇ ਜ਼ਿਆਦਾ ਤੋਂ ਜ਼ਿਆਦਾ ਘੁਸਪੈਠ ਕਰ ਸਕੀਏ ਜੀ। ਘੁਸਪੈਠ ਕਰਨ ਲਈ ਸਾਡਾ ਧਿਆਨ ਬਟਾਉਣ ਲਈ ਤੇ ਜਿਹੜੇ ਘੁਸਪੈਠੀ ਹੈ ਉਹਨਾਂ ਦੇ ਛੁਪਾਉਣ ਲਈ ਗੋਲੀਬਾਰੀ ਉਹ ਕਰਦੇ ਹੈਗੇ। ਅਸੀਂ ਜਵਾਬੀ ਗੋਲੀਬਾਰੀ ਜ਼ਰੂਰ ਕਰਦੇ ਹਾਂ, ਪਰ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਗੋਲੀਬਾਰੀ ਨਾਲ ਇੰਨਾ ਤਾਲੁਕ ਨਹੀਂ ਹੈ। ਗੋਲੀਬਾਰੀ ਸਿਰਫ ਇੱਕ ਬਹਾਨਾ ਹੈਗਾ ਜੋ ਕਿ ਘੁਸਪੈਠ ਹੋ ਸਕੇ, ਉਹ ਵੀ ਠੰਡ ਆਉਣ ਤੋਂ, ਬਰਫ਼ ਪੈਣ ਤੋਂ ਪਹਿਲਾਂ। ਪਰ ਹਲੇ ਠੰਡ ਪੈਣ ਦੇ ਵਿੱਚ, ਬਰਫ਼ ਪੈਣ ਦੇ ਵਿੱਚ ਕਾਫੀ ਦਿਨ ਬਾਕੀ ਨੇ। ਇੰਨੇ ਦਿਨ ਇਹ ਕਾਫੀ ਜ਼ਿਆਦਾ ਵਕਵਾ ਨਹੀਂ ਹੈਗਾ ਹਲੇ? ਨਹੀਂ, ਕੋਈ ਖਾਸ ਜ਼ਿਆਦਾ ਨਹੀਂ ਹੈ, ਕਿਉਂਕਿ ਘੁਸਪੈਠ ਜਿਹੜਾ ਇੱਕ ਟਾਈਮ ਤੇ ਇਕੱਠਾ ਨਹੀਂ ਹੋ ਸਕਦਾ ਜੀ। ਉਹਨੂੰ ਜਿੰਨਾ ਵਕਫੇ ਦੇ ਉੱਤੇ ਫੈਲਾਇਆ ਜਾਏਗਾ ਜੀ, ਉਨਾ ਹੀ ਉਹ ਅੱਛੀ ਤਰ੍ਹਾਂ ਹੋਏਗਾ ਜੀ। ਪਰ ਜਦੋਂ ਤੱਕ ਠੰਡ ਪੈਣੀ ਹੈ, ਕਿਉਂਕਿ ਇਹ ਮੰਨਿਆ ਜਾਂਦਾ ਕਿ ਵੀ ਜੇ ਠੰਡ ਤੋਂ ਪਹਿਲਾਂ ਜਾਂ ਬਰਫ਼ ਪੈਣ ਤੋਂ ਪਹਿਲਾਂ ਤੁਸੀਂ ਘੁਸਪੈਠ ਕਰਨੀ ਹੈ, ਜਦੋਂ ਪਹਾੜਾਂ 'ਚ ਠੰਡ ਪਈ ਹੋਏਗੀ ਉਸ ਵੇਲੇ ਉਹ ਜਿਹੜੇ ਅੱਤਵਾਦੀ ਨੇ ਜਾਂ ਜੋ ਵੀ ਘੁਸਪੈਠੀਏ ਨੇ ਉਹ ਸਰਗਰਮ ਹੋਣਗੇ ਇੱਧਰ, ਉਨੀ ਦੇਰ ਉਹਨਾਂ ਨੂੰ ਬਚਾ ਕੇ ਰੱਖਣਾ ਤਾਂ ਕਾਫੀ ਮੁਸ਼ਕਿਲ ਹੋ ਜਾਏਗਾ, ਜਾਂ ਸਿਰਫ ਮੌਜੂਦਾ ਸਰਗਰਮੀ ਲਈ ਹੀ ਹੈ ਇਹ? ਨਹੀਂ, ਇਸ ਤਰ੍ਹਾਂ ਹੈ ਵੀ ਇਹ ਲਗਾਤਾਰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜੀ। ਹਰਵੰਸ ਜੀ, ਤੁਸੀਂ ਲਗਾਤਾਰ ਜੰਮੂ ਕਸ਼ਮੀਰ ਦੇ ਤੇ ਸਰਹੱਦ ਦੇ ਹਾਲਾਤ ਦੇ ਉੱਤੇ ਨਜ਼ਰ ਰੱਖਦੇ ਹੋ। ਤੁਹਾਨੂੰ ਕੀ ਲੱਗਦਾ ਕਿ ਵੀ ਕਿਹੜੇ ਕਾਰਨ ਨੇ ਜਿਹੜੇ ਇਸ ਹਾਲਾਤ ਤੱਕ ਪਹੁੰਚੇ ਨੇ? ਇਹਦੇ ਹਿਸਟੋਰੀਕਲ ਕਾਰਨ ਹੈਗੇ ਨੇ ਜੀ। ਤਾਲਿਬਾਨ ਦੀ ਤਾਕਤ ਦੇਖੋ, ਉਹ ਦੋ ਵੱਡੀਆਂ ਤਾਕਤਾਂ ਆਧੁਨਿਕ ਯੁੱਗ ਦੀ ਜਿਹੜੀਆਂ ਨੇ ਉਹਨਾਂ ਦੇ ਗੋਡੇ ਟਿਕਵਾ ਚੁੱਕੀ ਹੈ ਜੀ। ਸੋਵੀਅਤ ਯੂਨੀਅਨ ਨੂੰ ਹਰਾਇਆ ਉਹਨਾਂ ਨੇ ਜੀ। ਸੋਵੀਅਤ ਯੂਨੀਅਨ ਖਤਮ ਹੋ ਗਿਆ ਜੀ। ਪਰ ਸੋਵੀਅਤ ਯੂਨੀਅਨ ਨੂੰ ਉਹਨਾਂ ਨੇ ਅਮਰੀਕਾ ਦੀ ਮਦਦ ਨਾਲ ਹਰਾਇਆ। ਜ਼ਰੂਰ, ਲੇਕਿਨ ਇਸ ਵੇਲੇ ਅਮਰੀਕਾ ਵਰਗੀ ਮਦਦ ਉਹਨਾਂ ਦੀ ਪਿੱਠ ਤੇ ਕੋਈ ਨਹੀਂ ਹੈ। ਲੇਕਿਨ ਉਹਨਾਂ ਕੋਲ ਜਿਹੜਾ ਹੈਗਾ ਨਾ ਆਧੁਨਿਕ ਲੜਾਈ ਦੇ ਸਾਧਨ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਨਾ ਆਧੁਨਿਕ ਸੈਨਾ ਲੜਦੀਆਂ ਨੇ ਜੀ, ਇਹ ਉਹਨਾਂ ਨੂੰ ਅਨੁਭਵ ਹੋਇਆ ਉਸ ਦੌਰਾਨ ਜੀ। ਔਰ ਜਿਸ ਤਰ੍ਹਾਂ ਉਹ ਲੜ ਰਹੇ ਹੈਗੇ ਨੇ ਜੀ, ਇੱਕ ਕਿਸਮ ਦੀ ਗੁਰੀਲਾ ਵਾਰਫੇਅਰ ਹੈ। ਗੁਰੀਲਾ ਵਾਰਫੇਅਰ ਜਿਹੜਾ ਹੈਗਾ ਨਾ ਇੱਕ ਟ੍ਰੈਡੀਸ਼ਨਲ ਜਿਹੜਾ ਸਟ੍ਰੈਟਜੀ ਹੈਗੀ ਲੜਾਈ ਦੀ, ਉਹ ਅਪਣਾਉਣਾ ਜ਼ਰੂਰੀ ਨਹੀਂ ਹੁੰਦਾ ਜੀ। ਪਰ ਹਰਵੰਸ ਜੀ, ਜਿਵੇਂ ਕਮਜ਼ੋਰ ਤਾਕਤ ਵੀ ਜਿਹੜਾ ਵੱਡੇ ਦੁਸ਼ਮਣ ਨੂੰ ਮਾਰ ਗਿਆ। 1999 ਤੋਂ ਬਾਅਦ ਉਹਨਾਂ ਦੀ ਜਿਹੜੀ ਸੋਵੀਅਤ ਯੂਨੀਅਨ ਨਾਲ ਲੜਾਈ ਖਤਮ ਹੋ ਗਈ ਤੇ ਤਕਰੀਬਨ 25-26 ਸਾਲ ਹੋ ਗਏ।
ਵੱਧ ਤੋਂ ਵੱਧ ਜਿਹੜੇ ਇੱਕ ਫੌਜੀ ਦੀ ਜਿਹੜੀ ਉਮਰ ਆਪਾਂ ਮੰਨਦੇ ਹਾਂ ਕਿ ਵੀ ਜਦੋਂ ਉਹ ਤੰਦਰੁਸਤ ਰੂਪ 'ਚ ਲੜ ਸਕਦਾ ਉਹ 30 ਸਾਲ ਹੁੰਦੀ ਹੈ, ਤੇ ਪਿਛਲੇ 20 ਸਾਲ ਤੋਂ ਪਿਛਲੇ 13 ਸਾਲ ਤੋਂ ਤਾਂ ਲਗਾਤਾਰ ਅਮਰੀਕਾ ਨਾਲ ਲੜ ਰਹੇ ਨੇ। ਜਿਹੜੀ ਉਹ ਪੁਰਾਣੀ ਸਿਖਲਾਈ ਹੈ ਉਹ ਹਲੇ ਤੱਕ ਕਿੰਨੀ ਕੁ ਕਾਇਮ ਹੋਏਗੀ ਉੱਥੇ? ਦੇਖੋ ਇਸ ਤਰ੍ਹਾਂ ਹੈ ਕਿ ਇੱਕ ਇਤਿਹਾਸਿਕ ਸਬਕ ਹੈਗਾ ਕਿ ਫੌਜਾਂ ਜਿਹੜੀਆਂ ਹੈਗੀਆਂ ਨਾ ਉਹ ਤਬਾਹ ਹੋ ਸਕਦੀਆਂ ਨੇ ਜੀ। ਫੌਜਾਂ ਕਿਸੇ ਜਿਹੜਾ ਹੈਗਾ ਨਾ ਸਿਵਲਾਈਜੇਸ਼ਨ ਨੂੰ ਵੀ ਜਿਹੜਾ ਹੈਗਾ ਨਾ ਖਤਮ ਕਰ ਸਕਦੀਆਂ ਨੇ ਜੀ। ਲੇਕਿਨ ਆਈਡੀਆਜ਼ ਜਿਹੜੇ ਹੈਗੇ ਨਾ, ਵਿਚਾਰ ਜਿਹੜੇ ਹੈਗੇ ਨਾ ਜੀ। ਉਹ ਖਤਮ ਨਹੀਂ ਹੁੰਦੇ ਜੀ। ਉਹ ਬੰਦੇ ਬਦਲ ਜਾਂਦੇ ਨੇ, ਬੰਦਿਆਂ ਦੀ ਜਗ੍ਹਾ ਹੋਰ ਕੋਈ ਲੈ ਲੈਂਦੇ ਹੈਗੇ ਜੀ। ਨੇ। ਉੱਥੇ ਉਹ ਆਈਡੀਆ ਜਿਹੜਾ ਹੈਗਾ ਨਾ ਉਹ ਚੱਲ ਰਿਹਾ। ਆਈਡੀਆ ਉਹਨਾਂ ਦਾ ਇਹ ਹੈਗਾ ਕਿ ਵਰਚਸਵ ਅਸੀਂ ਜਿਹੜਾ ਹੈਗਾ ਸਬ ਕੰਟੀਨੈਂਟ ਜਿਹੜਾ ਹੈਗਾ ਸਾਡਾ ਹੈਗਾ ਜੀ। ਸਬ ਕੰਟੀਨੈਂਟ ਤੇ ਅਸੀਂ ਕਬਜ਼ਾ ਕਰਨਾ ਹੈਗਾ ਜੀ। ਇਹ ਅੱਜ ਦਾ ਨਹੀਂ ਹੈ। ਤੁਸੀਂ ਇਤਿਹਾਸ ਦੇਖੋ 1526 ਚ ਜਿਸ ਵੇਲੇ ਬਾਬਰ ਆਇਆ, ਬਾਬਰ ਦਾ ਉਹਦਾ ਸਟੇਕ ਕੀ ਸੀ, ਉਹਦਾ ਹੱਕ ਕੀ ਸੀ ਦਿੱਲੀ ਦੇ ਥਰੋਨ ਤੇ? ਉਹਦਾ ਇੱਕੋ ਹੱਕ ਸੀ। ਉਹਦਾ ਇੱਕ ਬਜ਼ੁਰਗ ਇੱਕ ਵਾਰੀ ਜਿਹੜਾ ਹੈਗਾ ਨਾ ਆਪਣੀ ਫੌਜਾਂ ਲੈ ਕੇ ਤੈਮੂਰ ਦਿੱਲੀ ਵੱਲ ਆਇਆ ਸੀ ਜੀ। ਸਿਰਫ ਇਹ ਉਹਦਾ ਇੱਕ ਹੱਕ ਬੰਦਾ ਸੀ, ਉਸ ਸਿਰ ਤੇ ਜਿਹੜਾ ਹੈਗਾ ਨਾ ਉਹ ਦਿੱਲੀ ਤੇ ਕਬਜ਼ਾ ਕਰਨ ਆਇਆ। ਇਹ ਇੱਕ ਹਿਸਟੋਰੀਕਲ ਫੋਰਸ ਹੈਗਾ ਜਿਹੜਾ ਚੱਲ ਰਿਹਾ। ਉਹਨਾਂ ਨੂੰ ਯਕੀਨ ਹੈ ਕਿ ਅਸੀਂ ਕਰਾਂਗੇ। ਇਹ ਦੂਜਿਆਂ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਨਾ ਉਹਨੂੰ ਰੋਕਦੇ ਹੈਗੇ ਜੀ। ਵਿਕਰਮ ਜੀ, ਤੁਸੀਂ ਕੀ ਕਹੋਗੇ ਇਸ ਮਸਲੇ ਤੇ? ਮੈਂ ਇਹ ਕਹਾਂਗਾ ਜੀ ਕਿ ਆਈ ਥਿੰਕ ਇਹ ਜਿਹੜੀ ਕਸ਼ਮੀਰ ਵਿੱਚ ਡਿਵੈਲਪਮੈਂਟਸ ਹੋ ਰਹੀਆਂ ਨੇ, ਵੀ ਕਾਂਟ ਸੀ ਇਟ ਵਿਦਆਊਟ ਜੋ 2014 ਵਿੱਚ ਹੋਣ ਵਾਲਾ ਹੈ ਕਿ ਅਮਰੀਕਨ ਟਰੂਪਸ, ਨੇਟੋ ਟਰੂਪਸ ਵਿਡਰਾ ਕਰਨਗੇ ਅਫਗਾਨਿਸਤਾਨ ਤੋਂ। ਜੀ। ਪਾਕਿਸਤਾਨੀ ਆਰਮੀ ਦੀ ਜਿਹੜੀ ਸਟ੍ਰੈਟਜੀ ਹੈ ਇਨ ਲੀਗ ਵਿਦ ਤਾਲਿਬਾਨ ਐਂਡ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਇਜ਼ ਕਿ 2014 ਵਿੱਚ ਸਾਡੀ ਇਲੈਕਸ਼ਨਸ ਹੋਣ ਵਾਲੀਆਂ ਨੇ, ਠੀਕ ਹੈ, ਮੇਜਰ ਇਲੈਕਸ਼ਨ ਸਾਡੀ ਕੰਟਰੀ ਦੀ ਹੋਣ ਵਾਲੀਆਂ ਨੇ। ਸੋ ਦੇ ਆਰ ਸਲੋਲੀ ਗੈਟਿੰਗ ਦੀ LOC ਇਨਟੂ ਅਲਾਈਵ, ਜਿਹਨੂੰ ਕਹਿੰਦੇ ਨਾ, ਫਾਇਰਿੰਗ ਇਨਕਰੀਜ਼ ਕਰ ਰਹੇ ਨੇ। ਇੱਕ ਤਾਂ ਸਾਡੇ ਕਸ਼ਮੀਰ ਜੰਮੂ ਵਿੱਚ ਮੁਜਾਹਿਦੀਨ ਜਿਹੜੇ ਮਿਲੀਟੈਂਟਸ ਨੇ ਉਹ ਘੱਟ ਹੋ ਗਏ ਨੇ ਜੀ। ਸੋ ਦੇ ਆਰ ਡੈਸਪਰੇਟ ਕਿ ਅਸੀਂ ਹੋਰ ਮਿਲੀਟੈਂਟਸ ਪੁਸ਼ਨ ਕਰ ਦਈਏ ਬਿਫੋਰ ਦ ਸਨੋਜ਼ ਫਾਲ, ਔਰ ਸਨੋਫਾਲ ਸ਼ੁਰੂ ਹੋ ਗਈ ਹੈ ਹੁਣ on the LOC, higher reaches in Kashmir. It is already on because ਉੱਥੇ ਠੰਡ ਬੜੀ ਜਲਦੀ ਪੈ ਜਾਂਦੀ ਹੈ। So it's desperation to put more militants in. Secondly, to send the signal to the valley and to Jammu and Kashmir ਕਿ ਅਗਲੇ ਸਾਲ ਆਉਣ ਵਾਲਾ ਹੈ ਸਾਡੇ ਅਫਗਾਨਿਸਤਾਨ ਤੋਂ ਜਿਹੜੇ ਮੁਜਾਹਿਦੀਨ ਫਰੀ ਅਪ ਹੋਣਗੇ, we are going to be sending them in. ਅਸੀਂ ਅਮਰੀਕਨਸ ਨੂੰ ਪਹੁੰਚਾਤਾ ਹੈਗਾ। ਸੋ ਆਪਣੇ ਹੌਸਲੇ ਬੁਲੰਦ ਰੱਖੋ ਜੀ। ਇੰਡੀਆ ਦੇ ਅਗੇਂਸਟ ਜਿਹੜੀ ਫਾਈਟ ਚੱਲ ਰਹੀ ਹੈ ਮੁਜਾਹਿਦੀਨ ਦੀ, ਕਸ਼ਮੀਰੀ ਇਨਸਰਜੈਂਟਸ ਦੀ, ਤੁਸੀਂ ਹੌਸਲਾ ਨਾ ਹਾਰੋ, ਅਗਲੇ ਸਾਲ ਦੀ ਤਿਆਰੀਆਂ ਪੂਰੀਆਂ ਕਰੋ ਔਰ ਰੱਖੋ ਜੀ। ਵਿਕਰਮ ਜੀ, ਇੱਕ ਜਿਹੜਾ ਸਵਾਲ ਇਸ ਦੇ ਨਾਲ ਜੁੜਦਾ ਉਹ ਇਹ ਹੈ ਕਿ ਜਦੋਂ ਅਸੀਂ ਅਫਗਾਨਿਸਤਾਨ ਨਾਲ ਇਹਨੂੰ ਜੋੜ ਕੇ ਦੇਖਦੇ ਹਾਂ, ਅਫਗਾਨਿਸਤਾਨ ਦੇ ਵਿੱਚ ਹਲੇ ਨਾਟੋ ਫੌਜ ਬੈਠੀ ਹੈ ਤੇ ਨਾਟੋ ਫੌਜ ਕਦੇ ਵੀ ਇਸ ਹਾਲਤ ਨਹੀਂ ਜਾਊਗੀ ਜਦੋਂ ਇਹ, ਚਾਹੇ ਉਹ ਹਾਰਨ ਉੱਥੇ, ਚਾਹੇ ਉਹ ਕਿਸੇ ਵੀ ਹਾਲਤ 'ਚ ਜਾਣ, ਪਰ ਘੱਟੋ ਘੱਟ ਸੁਨੇਹਾ ਉਹ ਇਹ ਦੇਖ ਕੇ ਜਾਣਗੇ ਕਿ ਅਸੀਂ ਜੋ ਕਰਨ ਆਏ ਸੀ ਉਹ ਕਰਕੇ ਚੱਲੇ ਹਾਂ ਤੇ ਇੱਕ ਫੈਸਲਾਕੁਨ ਲੜਾਈ ਉਹਨਾਂ ਦੀ ਬਾਕੀ ਹੈ। ਤੇ ਜਿਹੜਾ ਤਾਲਿਬਾਨ ਹੈ ਉਹ ਲੜਾਈ ਵਿਚਕਾਰ ਛੱਡ ਕੇ ਤਾਂ ਨਹੀਂ ਆਏਗਾ। ਦੂਜੀ ਗੱਲ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਮਰੀਕਾ ਵੱਲੋਂ ਜਿਹੜੇ ਸੁਨੇਹੇ ਆਏ ਨੇ ਕਿ ਕਿਸ ਤਰੀਕੇ ਨਾਲ ਉੱਥੇ ਦਾ ਫੰਡਿੰਗ ਕੱਟ ਕੀਤੀ ਜਾਵੇ ਤੇ ਹੱਕਾਨੀ ਨੈਟਵਰਕ ਦੇ ਉੱਤੇ ਇੱਕ ਫੈਸਲਾਕੁਨ ਹਮਲਾ ਕੀਤਾ ਜਾਵੇ, ਉਹਨੂੰ ਅਸੀਂ ਕਿਤੇ ਜ਼ਿਆਦਾ ਸਟ੍ਰੈਚ ਕਰਕੇ ਤਾਂ ਨਹੀਂ ਦੇਖ ਰਹੇ? No, we are not, because America is not giving a very clear signal to India that it is with India in this fight against militancy and the Mujahideen. Secondly, Pakistan has a great insecurity from India's point when it sees India lodged firmly in Afghanistan. You see, it is going to use the Haqqani network and the Afghanistan Taliban to hit Indian assets in Afghanistan to get India out of Afghanistan. ठीक है? And that pressure will be maintained also by increasing the tensions on the LOC and in Kashmir. You see, for Pakistan, Afghanistan is their strategic depth. Increasing Indian presence in Afghanistan by way of training the Afghan National Army. We are training the Afghan National Army. ਸੜਕਾਂ ਬਣਾ ਕੇ, ਹਸਪਤਾਲ ਚਲਾ ਕੇ, ਜੋ not ਵੀ only that, we are training the Afghan National Army also. So that is a big fear for Pakistan. So don't think that they are going to be intimidated by America's withdrawal and American messages कि तुसी अपने आप को control करो or something. No, American troops in Afghanistan are going to go back. There is going to be some presence, which is not going to be enough to rule the country. Okay. So Pakistan, America is totally dependent upon Pakistan for peace with Taliban. So as long as America gets peace with Taliban and Al-Qaeda or controls Al-Qaeda, they will not bother too much about what Pakistan does with the Taliban reserve or the Lashkar-e-Toiba or the Mujahideen as far as India is concerned. So don't underestimate. ਜਿਹੜੀ ਨਾਟੋ ਫੌਜ ਹੈ ਜਾਂ ਜਿਹੜਾ ਅਮਰੀਕਾ ਹੈ ਉਹ ਆਪਣੀ ਜਿਹੜਾ ਫੇਸ ਸੇਵਿੰਗ ਲਈ ਜੋ ਵੀ ਕਰੇਗਾ ਉੱਥੇ ਕਰੇਗਾ ਤੇ ਇਹਦੀ ਚਿੰਤਾ ਨਹੀਂ ਕਰੇਗਾ ਕਿ ਇੱਥੇ ਕੀ ਹੋਏਗਾ। ਤੁਸੀਂ ਸਾਡੇ ਨਾਲ ਆਪਣੀ ਡੀਲ ਕਰ ਲਓ ਜੀ,
American interest ਨੂੰ safeguard ਕਰੋ ਜੀ। okay ਤੁਸੀਂ come to some kind of understanding with America ਜੀ but as what the Taliban ਜੋ or Pakistan ਉਹ does ਅੰਡਰਸਟੈਂਡਿੰਗ ਪਾਕਿਸਤਾਨ ਦੀ ਸਰਕਾਰ ਨਾਲ ਵੀ ਹੋ ਸਕਦੀ ਹੈ, ਫੌਜ ਨਾਲ ਵੀ ਹੋ ਬਿਲਕੁਲ ਸਕਦੀ ਹੈ, ਹੋਏਗੀ। ਆਈਐਸਆਈ ਨਾਲ ਵੀ ਹੋ ਬਿਲਕੁਲ ਸਕਦੀ ਹੈ, ਹੋਏਗੀ। ਹੱਕਾਨੀ ਨੈਟਵਰਕ ਨਾਲ ਵੀ ਹੋ ਨਾਲ ਵੀ ਸਕਦੀ ਹੋਏਗੀ but the condition Pakistan will do is that you don't interfere too much with what we do with India ਜੀ and Pakistan will do definitely try its best to dislodge India from Afghanistan ਜੀ ਬਾਟ ਸਾਹਿਬ, ਜਿਹੜਾ ਇਹ ਮਸਲਾ ਹੈ ਕਿ ਜਿਹੜੀ ਅਫਗਾਨਿਸਤਾਨ ਦੀ ਨੈਸ਼ਨਲ ਆਰਮੀ ਹੈ ਉਹਦੀ ਸਿਖਲਾਈ ਦੇ ਵਿੱਚ ਜਿਹੜਾ ਭਾਰਤ ਦਾ ਵੀ ਹਿੱਸਾ ਹੈ, ਜਦੋਂ ਕਿਸੇ ਮੁਲਕ ਦੀ ਫੌਜ ਦੀ ਸਿਖਲਾਈ ਤੁਸੀਂ ਕਰੋਗੇ ਤੁਹਾਡੀ ਉੱਥੇ ਦਖਲਅੰਦਾਜ਼ੀ ਵੀ ਰਹੇਗੀ, ਇਹ ਪਾਕਿਸਤਾਨ ਲਈ ਖਾਸੀ ਚਿੰਤਾ ਦਾ ਵਿਸ਼ਾ ਰਹੇਗਾ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਜਾਂ ਫੌਜ ਕਿਵੇਂ ਵੇਖੇਗੀ ਇਸ ਮਸਲੇ ਨੂੰ? ਦੇਖੋ ਜੀ, ਇਸ ਵਕਤ ਜਿਹੜੇ ਹਾਲਾਤ ਹੈਗੇ ਆ, ਜਿਸ ਤਰ੍ਹਾਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਬਈ ਇਹ ਹਾਲਾਤ ਜਿਹੜੇ ਆ ਬੜੀ ਛੇਤੀ ਬਦਲੀ ਹੋ ਜਾਣੇ ਜੀ ਕਿਉਂਕਿ ਅਮਰੀਕਾ ਜਦੋਂ ਅਫਗਾਨਿਸਤਾਨ ਤੋਂ ਬਾਹਰ ਗਿਆ ਜੀ ਤਾਂ ਪੂਰੇ ਅਫਗਾਨਿਸਤਾਨ ਦੇ ਤੇ ਆਸ-ਪਾਸ ਦੇ ਇਲਾਕੇ ਦੇ ਹਾਲਾਤ ਬਦਲ ਜਾਣੇ। ਜੀ ਕਿਸ ਪਾਸੇ ਨੂੰ ਬਦਲਣਗੇ ਇਹ ਮਸਲਾ ਰਹੇਗਾ? ਇਸ ਪਾਸੇ ਲਈ ਬਦਲਣਗੇ। ਪਹਿਲੀ ਗੱਲ ਤਾਂ ਤਾਲਿਬਾਨ ਜਿਹੜਾ ਹੈਗਾ ਉਹ ਅਮਰੀਕਾ ਤੋਂ ਉਹਨੂੰ ਛੁੱਟੀ ਮਿਲ ਜਾਏਗੀ, ਜੀ ਉਹ ਹੋਰ ਕੰਮ 'ਚ ਜੁਟ ਸਕਦਾ। ਜੀ ਬੇਸਿਕਲੀ ਉਹ ਚਾਹੁੰਦਾ ਬਈ ਜੀ ਪਾਕਿਸਤਾਨ ਵੱਲ ਤੇ ਇੰਡੀਆ ਵੱਲ ਵਧੇ। ਜੀ ਹੁਣ ਕਸ਼ਮੀਰ 'ਚ ਅਲ-ਕਾਇਦਾ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਤੇ ਉੱਥੋਂ ਇੰਡੀਆ ਵੱਲ ਵੀ ਹੁਣ ਵੀ ਅਸਰ ਆਪਣਾ ਸ਼ੁਰੂ ਕਰਤਾ ਉਹਨਾਂ ਨੇ, ਜੀ ਪਰ ਜਦੋਂ ਉਹ ਫ੍ਰੀ ਹੋ ਗਏ ਉਹ ਇਦੋਂ ਵੀ ਜ਼ਿਆਦਾ ਕਰ ਸਕਦੇ। ਜੀ ਪਰ ਇਹ ਸਭ ਚੀਜ਼ਾਂ 'ਚ ਸਾਨੂੰ ਇੱਕ ਚੀਜ਼ ਨਹੀਂ ਭੁੱਲਣੀ ਚਾਹੀਦੀ, ਇੱਕ ਬਹੁਤ ਬੜੀ ਤਾਕਤ ਹੈ ਚਾਈਨਾ। ਜੀ ਚਾਈਨਾ ਕੋਈ ਬਿਲਕੁਲ ਬੇਵਕੂਫ ਨਹੀਂ ਹੈ, ਸਾਰਿਆਂ ਨਾਲੋਂ ਅਕਲਮੰਦ ਉਹ ਦੇਸ਼ ਮੰਨਿਆ ਜਾ ਸਕਦਾ, ਸਾਰਿਆਂ ਨਾਲੋਂ ਤਾਕਤਵਰ ਵੀ ਮੰਨਿਆ ਜਾ ਸਕਦਾ ਇਸ ਖਿੱਤੇ 'ਚ। ਸਾਰਿਆਂ ਨਾਲੋਂ ਤਾਕਤਵਰ ਵੀ ਮੰਨਿਆ ਜਾ ਸਕਦਾ, ਅਕਲਮੰਦ ਜੀ। ਉਹ ਜ਼ਰੂਰੀ ਹੈ। ਜੀ ਤਾਕਤਵਰ ਤਾਂ ਅਮਰੀਕਾ ਵੀ ਹੈ, ਜੀ ਪਰ ਅਮਰੀਕਾ ਦੇ ਮੁਕਾਬਲੇ ਚਾਈਨਾ ਦੀ ਸੋਚ ਜਿਹੜੀ ਹੈ ਉਹ ਸ਼ਾਇਦ ਬਹੁਤ ਅੱਗੇ ਹੈਗੀ। ਜੀ ਚਾਈਨਾ ਇਸ ਵਕਤ ਵੀ ਅਫਗਾਨਿਸਤਾਨ ਵੱਲ ਉਹਨਾਂ ਦਾ ਧਿਆਨ ਹੈਗਾ, ਜੀ ਕਸ਼ਮੀਰ ਵੱਲ ਉਹਨਾਂ ਕੋਲ ਧਿਆਨ ਹੈਗਾ। ਜੀ। ਕਸ਼ਮੀਰ 'ਚ ਕਾਫੀ ਹੱਦ ਤੱਕ ਉਹ ਆ ਚੁੱਕੇ ਹੈ। ਜੀ। ਉਹਨਾਂ ਨੂੰ ਪਤਾ ਵੀ ਉਹਨਾਂ ਦਾ ਜਿਹੜਾ ਟੱਕਰਾ ਉਹ ਤਾਲਿਬਾਨ ਨਾਲ ਹੋਣਾ ਹੈਗਾ। ਜੀ ਤਾਲਿਬਾਨ ਚਾਹੇ ਨਾ ਚਾਹੇ ਜੀ ਪਾਕਿਸਤਾਨ ਵਿੱਚ ਤੇ ਉਸ ਤੋਂ ਪਹਿਲਾਂ ਕਸ਼ਮੀਰ 'ਚ POK 'ਚ ਤਾਲਿਬਾਨ ਤੇ ਚਾਈਨਾ ਦਾ ਟੱਕਰਾ ਹੋਏਗਾ ਤੇ ਹਿੰਦੁਸਤਾਨ ਦਾ ਉਹਦੇ ਉੱਤੇ ਮਤਲਬ ਥੋੜਾ ਬਹੁਤ ਅਸਰ ਪਏਗਾ, ਥੋੜਾ ਬਹੁਤ ਨਹੀਂ ਕਾਫੀ ਅਸਰ ਪਏਗਾ। ਜੀ ਇਹਦੇ ਲਈ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ। ਪਰ ਇਹ ਹੈ ਕਿ ਵੀ ਇੱਥੇ ਤਾਕਤਾਂ ਦੀ ਜਿਹੜੀ ਗੁੱਟਬੰਦੀ ਆ ਉਹ ਬਦਲੇਗੀ ਕਾਫੀ ਹੱਦ ਤੱਕ, ਬਹੁਤ ਬਦਲੇਗੀ। ਬਹੁਤ ਬਦਲੇਗੀ। I somewhat disagree with this proposition that Taliban will China will take on Taliban in POK. I don't think that is ਪਰ going ਉਹ to ਇਹ ਕਹਿ ਰਹੇ ਨੇ ਕਿ ਤਾਲਿਬਾਨ ਅਮਰੀਕਾ ਦੇ ਉੱਤੇ ਤਾਂ ਹਮਲਾ ਕਰ ਸਕਦਾ ਹੈ ਨਾ। नहीं, but China and Taliban, the tussle, or China will, in POK especially, in जी। POK, Pakistan will not allow any kind of interference with Chinese interests or or ਪਰ anything which will go against ਜੇ their ਸਾਰਾ own. ਕੁਝ ਪਾਕਿਸਤਾਨ ਦੀ ਸਰਕਾਰ ਦੀ ਇਜਾਜ਼ਤ ਨਾਲ ਹੀ ਚੱਲਦਾ ਹੁੰਦਾ ਤੇ ਕਾਫੀ ਕੁਝ ਤੇ ਲਾਹੌਰ ਦੇ ਵਿੱਚ ਜਾਂ ਮੁਲਤਾਨ ਦੇ ਵਿੱਚ ਜਾਂ ਕਰਾਚੀ 'ਚ ਸੁਰੱਖਿਅਤ ਹੋਣਾ ਸੀ। नहीं, that is true, but POK is a different proposition. जी। Don't compare POK to Lahore or Rawalpindi. ਮੈਂ ਤਾਂ or- ਸਿਰਫ ਇਹ ਕਹਿ ਰਿਹਾ ਕਿ ਸਰਕਾਰ ਕਿੰਨਾ ਕੁ ਅਸਰਅੰਦਾਜ਼ ਉੱਥੇ POK ਹੈਗੀ ਹੈ। is different situation. जी। It is completely controlled by the Pakistani army. जी। There is no problem in POK. जी। There is no sectarian strife as ਮਤਲਬ such. ਜਿਹੜਾ There is no insurgency. It ਜਿਹੜਾ is not ਪਾਕਿਸਤਾਨ ਦੇ Balochistan. ਕਬਜ਼ੇ ਵਾਲਾ ਕਸ਼ਮੀਰ ਆ ਉੱਥੇ ਉਹਨਾਂ ਦਾ ਸਿੱਕਾ ਚੱਲਦਾ ਹੈ, पूरा ਇਹ ਤੁਸੀਂ ਕਹਿ चलेगा. ਰਹੇ ਹੋ। And I don't think the Taliban can afford to take on Chinese interests in POK. जी। Because Pakistani government is sworn to protect Chinese interests. जी। चाहे POK the through China will come to the Arabian Sea. ਜੀ They will access the Arabian Sea because China the main weakness ਇੱਕ ਹੀ ਹੈ is access to the sea. ਜੀ You see, that is if they get access to the Arabian Sea through POK, जी। you know, they have nullified to a great extent Indian domination of the Indian Ocean, ਜੀ where China must pass through to bring all its oil supplies and energy. ਜੀ ਜੀ So I think this. ਪਰ ਕਰਾਚੀ ਸਾਈਡ ਦੇ ਉੱਤੇ ਉਹਨਾਂ ਨੂੰ ਬੰਦਰਗਾਹ ਤੇ ਮਿਲ ਹੀ ਚੁੱਕੀ ਹੈ ਪਹਿਲਾਂ ਹੀ ਇੱਕ ਆਲਰੇਡੀ ਜਿਹਦਾ ਤਾਂ ਉਹ ਕਰ ਰਹੇ ਨੇ। ਹਰਵੰਸ ਜੀ, ਤੁਸੀਂ ਕਿਹਾ ਸੀਗਾ ਕਿ ਜਿਹੜਾ ਇਹ ਪੂਰਾ ਕਾਟੋ ਕਲੇਸ਼ ਚੱਲ ਰਿਹਾ ਇਸ ਖਿੱਤੇ ਦੇ ਵਿੱਚ ਇਹਦਾ ਇੱਕ ਇਤਿਹਾਸਕ ਪਿਛੋਕੜ ਹੈ ਜਿਹਦੇ ਕਾਰਨ ਲੋਕਾਂ ਦੀ ਦਾਅਵੇਦਾਰੀ ਬਣੀ ਰਹਿੰਦੀ ਹੈ ਕਿ ਅਸੀਂ ਕਿਹੜੇ ਮੁਲਕ ਦੇ ਵਿੱਚ ਕਿੱਥੇ ਤੱਕ ਰਾਜ ਕਰਨਾ ਹੈ ਜਾਂ ਕਿੱਥੇ ਤੱਕ ਸਾਡਾ ਹੱਕ ਬਣਦਾ, ਜਿਵੇਂ ਵੀ ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹਣ। ਜਿਹੜਾ ਇੱਕ ਦੂਜਾ ਪੱਖ ਹੈ ਕਿ ਜਦੋਂ ਆਪਾਂ ਤਾਲਿਬਾਨ ਨੂੰ ਦੇਖ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਸਾਡੇ ਲਈ ਸਾਰਿਆਂ ਨਾਲੋਂ ਵੱਡਾ ਖਤਰਾ ਹੋਣਾ, ਉਹਨਾਂ ਨੇ ਅਫਗਾਨਿਸਤਾਨ 'ਚੋਂ ਵਿਹਲੇ ਹੋਣਾ ਤੇ ਵਿਹਲੇ ਹੋ ਕੇ ਸਾਡੇ ਕੋਲ ਆਉਣਾ। ਪਰ ਜਦੋਂ ਉਹ ਆਪਣੀ ਹੋਂਦ ਦੇਖਦੇ ਨੇ ਅਫਗਾਨਿਸਤਾਨ ਦੇ ਵਿੱਚ, ਉਹ ਪਹਿਲਾਂ ਸੋਵੀਅਤ ਯੂਨੀਅਨ ਦੇ ਖਿਲਾਫ ਤੇ ਬਾਅਦ ਦੇ ਵਿੱਚ ਅਮਰੀਕਾ ਦੇ ਖਿਲਾਫ ਦੇਖਣਗੇ। ਜਦੋਂ ਉਹਨਾਂ ਦਾ ਉਹ ਦੁਸ਼ਮਣ ਉੱਥੇ ਨਹੀਂ ਰਹੇਗਾ ਤੇ ਉਹਨਾਂ ਦੀ ਉਸ ਹੋਂਦ ਨੂੰ ਆਪਣੇ ਆਪ ਦੇ ਵਿੱਚ ਵੀ ਤਾਂ ਖਤਰਾ ਰਹੇਗਾ ਨਾ। ਜੋ ਅਮਰੀਕਾ ਨਾਲ ਲੜਨ ਆਏ ਨੇ ਉਹ ਘਰਾਂ ਨੂੰ ਵੀ ਤਾਂ ਵਾਪਸ ਪਰਤਣਗੇ। ਅਮਰੀਕਾ ਦੁਸ਼ਮਣ ਜਿਹੜਾ ਹੈਗਾ ਉਹ ਸਿਰਫ ਜਿਸ ਲਈ ਅਫਗਾਨਿਸਤਾਨ 'ਚ ਬੈਠਾ ਹੈ ਤਾਂ ਉਸ ਲਈ ਦੁਸ਼ਮਣ ਨਹੀਂ ਹੈ। ਜੀ ਅਮਰੀਕਾ ਜਿਸ ਲਈ ਨਿਊਯਾਰਕ 'ਚ ਹੈਗਾ ਤਾਂ ਉਸ ਲਈ ਵੀ ਦੁਸ਼ਮਣ ਹੈਗਾ। ਜੀ ਔਰ ਤਾਲਿਬਾਨ ਜਿਹੜਾ ਹੈਗਾ ਉਹਨੂੰ ਸਟ੍ਰਾਈਕ ਜਿਸ ਲਈ ਕਰਨਾ ਹੈ ਤੇ ਉਹ ਹਰ ਜਗ੍ਹਾ ਕਰੇਗਾ ਜਿੱਥੇ ਵੀ ਉਹਦਾ ਇੰਟਰਸਟ ਜੇ ਹੋਏਗਾ। ਨਿਊਯਾਰਕ 'ਚ ਬੈਠ ਕੇ ਦੋਸਤ ਹੋਣਾ ਚਾਹੇ ਤਾਂ ਦੋਸਤ ਵੀ ਹੋ ਸਕਦਾ। ਔਰ ਉਹਦਾ ਨਹੀਂ, ਇਹ ਜ਼ਰੂਰੀ ਨਹੀਂ।
ਜੀ ਉਹਦਾ ਕਾਰਨ ਹੈਗਾ ਜੀ ਉਹਦਾ ਕਾਰਨ ਇਹ ਹੈਗਾ ਕਿ ਤਾਲਿਬਾਨ ਜੀ ਨੇ ਡਿਕਲੇਅਰ ਕੀਤਾ ਦਾ, ਬਲਕਿ ਇਸਲਾਮਿਕ ਐਕਸਟ੍ਰੀਮਿਸਟ ਜਿਹੜੇ ਹੈਗੇ ਨੇ ਜੀ ਇਹ ਤੈਅਸ਼ੁਦਾ ਚੀਜ਼ ਹੈਗੀ ਜੀ ਕਿ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈਗਾ, ਇੱਕੋ ਸ਼ੈਤਾਨ ਜਿਹੜਾ ਹੈਗਾ ਇਸ ਦੁਨੀਆ 'ਚ ਹੈਗਾ, ਉਹ ਹੈਗਾ ਅਮਰੀਕਾ। ਜੀ ਇੰਡੀਆ ਜਿਹੜਾ ਪਰ ਹੈਗਾ ਨਾ ਅੱਧੇ ਤੋਂ ਉਹ ਵੱਧ ਇੱਕ ਗੌਣ ਅਰਬੀ ਹੈਗਾ। ਮੁਲਕ ਤੇ ਇਕੱਠੇ ਹੋ ਗਏ ਅਮਰੀਕਾ ਦੇ ਨਾਲ ਰਲ ਕੇ ਸੀਰੀਆ ਦੇ ਉੱਤੇ ਹਮਲਾ ਕਰਨ ਨੂੰ ਤਿਆਰ ਬੈਠੇ ਨੇ। ਕਰਨ ਜਿਹੜਾ ਸਾਰਾ ਲੇਕਿਨ- ਇਸਲਾਮਿਕ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਇੱਕ ਕਿਵੇਂ ਦੇਖਿਆ ਜਾ ਸਕਦਾ? ਦੇਖੋ ਜਿਹੜਾ ਤਾਕਤ ਜਿਹੜਾ ਹੈਗਾ ਨਾ ਡੋਮੀਨੇਟ ਕਰੇ ਲੋਕਾਂ ਨੂੰ, ਜੀ ਉਹਨੂੰ ਉਹਦਾ ਰਿਪਰੈਜ਼ੈਂਟੇਟਿਵ ਨਹੀਂ, ਉਹਦੇ ਵਿੱਚ ਗੱਲ ਇਹ ਤਾਂ ਨਾ ਕਿ ਜਦੋਂ ਅਸੀਂ ਉਸ ਖਿੱਤੇ ਦੀ ਗੱਲ dominate ਨਹੀਂ ਕਰਾਂਗੇ, ਕਰ ਜਦੋਂ ਰਹੇ। ਉਸ ਖਿੱਤੇ ਦੀ ਗੱਲ ਕਰਾਂਗੇ, ਇਰਾਨ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ ਲੜਨ ਵਾਲੇ ਉੱਥੇ ਦੇ ਮਿਲੀਟੈਂਟ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਅਮਰੀਕਾ ਹਮਾਇਤ ਕਰ ਰਿਹਾ, ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਲੜਨਾ ਪੈ ਰਿਹਾ। ਇਹ ਵੀ ਤਾਂ ਸਾਰੀਆਂ ਪ੍ਰੋਪੋਜੀਸ਼ਨਸ ਦੇਖਣੀਆਂ ਪੈਣਗੀਆਂ ਨਾ ਕਿ ਕਿੱਥੇ ਦੇ ਬੰਦੇ ਨੂੰ ਕਿਵੇਂ ਉਹ ਵਰਤ ਰਿਹਾ। ਦੇਖੋ ਸੀਰੀਆ ਦੇ ਮਾਮਲੇ 'ਚ ਵੀ ਅਮਰੀਕਾ ਕੁਝ ਕਰ ਨਹੀਂ ਸਕਿਆ। ਜੀ ਜਿੱਥੇ ਜਿੱਥੇ ਅਮਰੀਕਾ ਗਿਆ ਹੈਗਾ ਉੱਥੇ ਜਿਹੜਾ ਹੈਗਾ ਉਹਨੂੰ ਕਰਨਾ ਤਾਂ ਚਾਹਿਆ ਨਾ, ਉਹਨੂੰ ਅਰਬੀ ਲੀਗ ਨੇ ਉਹਦੇ ਹਮਾਇਤ ਤਾਂ ਕੀਤੀ ਕਿਉਂਕਿ ਉਹਨਾਂ ਦੇ ਆਪਣੇ ਇੰਟਰਸਟ ਹੈਗੇ ਨੇ। ਜੀ ਅਮਰੀਕਾ ਦਾ ਇੰਟਰਸਟ ਜਿਹੜਾ ਹੈ ਇਜ਼ਰਾਈਲ ਦੇ ਨਾਲ ਜੁੜਿਆ ਹੋਇਆ। ਜਦੋਂ ਤੁਸੀਂ ਗੱਲ ਕਰਦੇ ਹੋ ਕਿ ਵੀ ਇਤਿਹਾਸਿਕ ਪਿਛੋਕੜ ਬਹੁਤ ਅਹਿਮ ਹੁੰਦੀ ਹੈ, ਜਿਹੜੀ ਅਰਬੀ ਲੀਗ ਹੈ ਉਹਦਾ ਜਿਹੜਾ ਰਵਾਇਤੀ ਵਿਰੋਧੀ ਹੈ ਉਹ ਇਜ਼ਰਾਈਲ ਰਿਹਾ, ਪਰ ਸੀਰੀਆ ਦੇ ਮਾਮਲੇ ਵਿੱਚ ਉਹੀ ਅਰਬੀ ਲੀਗ ਅਮਰੀਕਾ ਦੇ ਨਾਲ ਖੜੀ ਸੀ ਨਾ। ਅਰਬੀ ਲੀਗ ਜਿਹੜੀ ਹੈਗੀ ਨਾ, ਇਹਦਾ ਤੇ ਉਮਰ ਜਿਹੜੀ ਹੈਗੀ ਨਾ ਬੜੀ ਮੁਸ਼ਕਿਲ ਨਾਲ 50 ਸਾਲ ਹੈਗੀ। ਜੀ ਲੇਕਿਨ ਇਸਲਾਮ ਔਰ 50 ਸਾਲ ਦੇ ਵਿੱਚ ਕੋਈ ਇਤਿਹਾਸ ਨਹੀਂ ਹੁੰਦਾ ਨਾ, ਬਿਲਕੁਲ ਨਹੀਂ। ਜਿੱਥੇ 2000 ਸਾਲਾਂ ਦੀ ਤੁਸੀਂ ਗੱਲ ਕਰੋ ਤਾਂ 50000 ਤੇ ਤਵੇ ਤੇ ਜਿਹੜੀ ਹੈਗੀ ਨਾ ਇੱਕ ਬੂੰਦ ਹੈਗੀ ਜੀ, ਇੱਕ ਬੂੰਦ ਜਿਸ ਦਾ ਗਰਮ ਤਵੇ ਤੇ ਗਿਰਦੀ ਹੈਗੀ ਔਰ ਉੱਡ ਜਾਂਦੀ ਹੈਗੀ, 50 ਸਾਲ ਤਾਂ ਗਾਇਬ ਹੋ ਜਾਂਦੇ ਨੇ। America is somehow withdrawing from its proactive role in West Asia. जी. Because of one of the primary reasons is a huge amount of shale oil and gas, जी. which America has found within itself and is now tapping for its energy. जी. So it's not so much now dependent upon West Asia. जी. And it is also found that interference in West Asia is very, very costly, not in terms of economy, but the kind of retaliations it invites from fundamentalist jihadi groups. जी. Because America then has to send forces, their atrocities. So it has a huge ਪਰ whiplash on America. ਪਰ ਜਿਸ ਤਰੀਕੇ ਨਾਲ ਉਹਨਾਂ ਨੇ ਪੂਰੇ ਉੱਤਰੀ ਅਫਰੀਕਾ ਦੇ ਵਿੱਚ ਤੇ ਬਾਅਦ ਦੇ ਵਿੱਚ ਜਿਹੜਾ ਮਿਡਲ ਈਸਟ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਦਖਲਅੰਦਾਜ਼ੀ ਕੀਤੀ ਹੈ, ਚਾਹੇ ਫੌਜ ਨਹੀਂ ਭੇਜੀ ਉੱਥੇ ਬੰਬਾਰਮੈਂਟ ਕਰਨ ਦੇ ਵਿੱਚ, ਉੱਥੇ ਹਥਿਆਰ ਲੈਣ ਦੇ ਵਿੱਚ, ਉਸ ਕਿਸਮ ਦੀ ਦਖਲਅੰਦਾਜ਼ੀ ਤਾਂ ਉਹਨਾਂ ਦੀ ਰਹੇਗੀ ਨਹੀਂ ਰਹੇਗੀ, but if you compare American role in West Asia, say about 10 years back or 20 years back, or when George Bush was ਇੱਕ ਵਾਰ ਸੋਵੀਅਤ ਯੂਨੀਅਨ ਤੋਂ ਬਾਅਦ ਤਾਂ ਉਹਨਾਂ ਨੂੰ ਲੱਗਿਆ ਸੀ ਕਿ ਅਸੀਂ ਸਾਰੇ ਮੁਲਕਾਂ ਦੇ ਉੱਤੇ ਕਬਜ਼ਾ ਕਰ ਲਾਂਗੇ। You know, Obama is more nuanced in his West Asia policy than what George Bush was. Ji. You know, not just send in the army and blow up some dictator or whatever, which they've earlier supported and then took out. ਕਿਉਂਕਿ ਜਿਹੜਾ ਬੁਸ਼ ਵਾਲਾ ਤਜਰਬਾ ਹੈ ਉਹ ਓਬਾਮਾ ਦੇ ਗਿਆਨ ਦੇ ਵਿੱਚ ਸ਼ਾਮਿਲ ਹੈ, ਹਾਂ, ਨਹੀਂ, ਇਸ yes. ਕਰਕੇ ਉਹ ਜ਼ਿਆਦਾ ਨੁਆਂਸਡ ਹੋ ਜਾਂਦਾ, ਜ਼ਿਆਦਾ ਸੋਚ। No, but Obama is more nuanced. It's more of American policy is being thought will be more withdrawing from West Asia, not that proactive and aggressive. Ji. Because American energy needs are now being met from within shale oil and gas. You know, Ji. huge means the shale energy, oil and gas in America is probably the biggest in the world, which has been discovered. Ji. So their main dependence upon West Asian oil and energy is going to be reduced. ਤੇ ਇਸ ਹਿਸਾਬ ਨਾਲ ਜਿਹੜੀਆਂ ਅਫਗਾਨਿਸਤਾਨ ਦੇ ਵਿੱਚੋਂ ਉਹਨਾਂ ਨੇ ਪਾਈਪਲਾਈਨਸ ਦੀ ਸੋਚਿਆ ਸੀਗਾ ਕਿ ਵੀ ਇਹ ਆਉਣਗੀਆਂ ਸੈਂਟਰਲ ਏਸ਼ੀਆ ਦੇ ਵਿੱਚੋਂ, ਉਹ ਹੁਣ ਉਹਨਾਂ ਦੀ ਦਿਲਚਸਪੀ ਨਹੀਂ ਹੈ। ਇਹ ਤੁਸੀਂ ਕਹਿ ਰਹੇ ਹੋ। Central Asia will always remain a field for competitive interests of the great powers to extract energy at cheap rates. Ji. It will always remain. China has got a huge look at Central Asia. ਜੀ Okay? So that's going to be there. But I'm talking very specifically about American interference in West Asia Ji. is going to be, in my mind, going to be more nuanced and less aggressive than what was in the era of George Bush, for ਜੀ example. ਮਤਲਬ ਜਹਾਜ਼ਾਂ ਦੀ ਬਜਾਏ ਡਰੋਨ ਜ਼ਿਆਦਾ ਕੰਮ And ਕਰਨਗੇ। for example, and the other point is that about the Taliban withdrawing from, being bothered more about Afghanistan once the NATO drawdown takes place, you must note the fact that there was a study done that out of 6,000 Talibani fighters in Afghanistan, 4,000 were Pakistani Punjabis. ਜੀ ਪੰਜਾਬ ਸਾਰਿਆਂ ਨਾਲੋਂ ਵੱਡਾ ਸੈਂਟਰ ਬਣ ਰਿਹਾ Pakistani ਪਾਕਿਸਤਾਨ Punjabis ਦੇ were fighting in Afghanistan. Ji. So the minute they are released from Afghanistan, Ji. fighting the NATO forces, ਜੀ Pakistan has to divert that jihadi energy Ji. towards India, or it will eat up Pakistan itself. ਜੀ You know, ਮਤਲਬ ਉਹਨਾਂ ਨੇ ਇੱਕ ਜਿੰਨ ਪੈਦਾ ਕਰ ਲਿਆ ਜਿਹਨੂੰ ਕਿਸੇ ਨਾ ਕਿਸੇ ਨੂੰ ਖਾਣਾ Because ਹੈ of ਤੇ you- ਪਾਕਿਸਤਾਨ ਕੋਸ਼ਿਸ਼ ਕਰੇਗਾ ਕਿ ਉਹ ਘੱਟੋ ਘੱਟ Yeah, ਪਾਕਿਸਤਾਨ because ਨੂੰ in ਨਾ a ਖਾਵੇ। jihadi groups, the open policy है कि we want an Islamic state in Pakistan itself. ਜੀ It's not just in India. Ji. They want it in Pakistan itself. Ji. So how to keep that away? ਬਟ ਸਾਹਿਬ ਜਿਹੜਾ ਇਹ ਪੂਰਾ ਮਾਹੌਲ ਹੈ ਇਹਦੇ ਵਿੱਚ ਜਦੋਂ ਅਸੀਂ ਕਸ਼ਮੀਰ ਨੂੰ ਰੱਖ ਕੇ ਦੇਖਦੇ ਹਾਂ ਤੇ ਸਾਡੇ ਲਈ ਕਿਸ ਕਿਸਮ ਦੀਆਂ ਆਪਸ਼ਨਸ ਬਚਦੀਆਂ, ਕਿਸ ਕਿਸਮ ਦੀ ਕਾਰਵਾਈ, ਕਿਸ ਕਿਸਮ ਦੀਆਂ ਪਹਿਲ ਕਦਮੀਆਂ ਕਿਸ ਖੇਤਰ ਚੋਂ? ਦੇਖੋ ਜੀ, ਸਾਡੇ ਲਈ ਤਾਂ ਇਹ ਹੈ ਬਈ ਅਸੀਂ ਹਿੰਮਤ ਦਿਖਾਉਣੀ ਪਏਗੀ, ਜੀ ਜਿਹਨੂੰ ਕਹਿੰਦੇ ਆ ਨਾ ਅੰਗਰੇਜ਼ੀ 'ਚ ਜੀ ਬਈ ਅੰਡੇ ਤੋੜੇ ਬਿਨਾਂ ਆਮਲੇਟ ਨਹੀਂ ਬਣਦਾ। ਜੀ
ਹੁਣ ਅਸੀਂ ਸੋਚਦੇ ਹਾਂ ਵੀ ਜੀ ਅਸੀਂ ਕਰੀਏ ਵੀ ਕੁਝ ਨਹੀਂ, ਗੱਲਾਂ ਬਾਤਾਂ ਕਰਦੇ ਰਹੀਏ ਤੇ ਸਾਨੂੰ ਹੋਵੇ ਵੀ ਕੁਝ ਨਾ। ਜੀ ਇਹ ਤਾਂ ਨਹੀਂ ਹੋ ਸਕਦਾ। ਕਈ ਵਾਰ ਬੰਦਾ ਸਵਾਦ ਬਦਲ ਲੈਂਦਾ ਨਾ ਜੀ, ਕਿ ਉਬਾਲ ਕੇ ਖਾ ਲੈਂਦੇ ਆ। ਉਬਾਲ ਕੇ ਜ਼ਰੂਰ ਖਾ ਸਕਦੇ ਹਾਂ, ਪਰ ਫਿਰ ਵੀ ਆਮਲੇਟ ਨਹੀਂ ਮਿਲਣਾ। ਜੀ ਤੇ ਇਸ ਲਈ ਹਿੰਮਤ ਫੌਜ 'ਚ ਬਹੁਤ ਹੈਗੀ ਹੈ, ਪਰ ਫੌਜ ਦੇ ਹੱਥ ਜਿਹੜੇ ਉਹ ਬੰਨੇ ਹੋਏ। ਜੀ ਫੌਜ ਨੂੰ ਥੋੜੀ ਜਿਹੀ ਖੁੱਲ੍ਹ ਦਿੱਤੀ ਜਾਵੇ। ਜੀ ਹਿੰਦੁਸਤਾਨ ਤਾਕਤਵਰ ਦੇਸ਼ ਹੈ, ਜੀ ਪਰ ਇਹਦੀ ਕਮਜ਼ੋਰੀ ਇਹ ਹੈ ਬਈ ਇਹਦੇ 'ਚ ਸ਼ਕਤੀ ਨਹੀਂ ਹੈਗੀ, ਪੋਲੀਟੀਕਲ ਵਿਲ ਨਹੀਂ ਹੈਗੀ। ਜੀ ਮਤਲਬ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਫੌਜੀ ਕਾਰਵਾਈ ਹੈ ਉਹੀ ਇਸ ਮਸਲੇ ਦਾ ਹੱਲ ਕਰ ਸਕਦੀ ਹੈ? ਨਹੀਂ, ਜੀ ਪਰ ਇਸ ਮਸਲੇ ਦਾ ਜਿਹੜਾ ਹੱਲ ਹੈਗਾ ਜੀ ਉਹ ਤਾਂ ਹੀ ਤੇ ਫਿਰ ਮਿਲੇਗਾ। ਫੌਜ ਨੂੰ ਖੁੱਲ੍ਹ ਦਾ ਕੀ ਮਤਲਬ ਹੈ? ਫੌਜ ਨੂੰ ਜਵਾਬੀ ਕਾਰਵਾਈ ਫੌਜ ਕਰ ਰਹੀ ਹੈ, ਲਗਾਤਾਰ ਕਰ ਰਹੀ ਹੈ। ਦੇਖੋ ਜੀ, ਜੋ ਅਸੀਂ ਕਹਿੰਦੇ ਆ ਜੀ ਉਹਦੇ ਮੁਤਾਬਕ ਅਸੀਂ ਕਰਦੇ ਨਹੀਂ। ਜੀ ਅਸੀਂ ਕਹਿੰਦੇ ਆ ਜੀ ਪੀਓਕੇ ਹੈਗਾ ਜਿਹੜਾ ਉਹ ਹਿੰਦੁਸਤਾਨ ਦਾ ਇੱਕ ਅਟੁੱਟ ਅੰਗ ਹੈਗਾ, ਜੀ ਪਰ ਪੀਓਕੇ 'ਚ ਅਸੀਂ ਕੁਝ ਨਹੀਂ ਕਰ ਜੀ। ਸਕਦੇ, ਨਾ ਹੀ ਕੁਝ ਕਰ ਰਹੇ। ਜੀ ਉੱਥੋਂ ਸਾਡੇ ਉੱਤੇ ਹਮਲੇ ਹੋ ਰਹੇ ਜੀ ਤੇ ਅਸੀਂ ਉਹਨਾਂ ਦੇ ਖਿਲਾਫ ਕੁਝ ਨਹੀਂ ਕਰ ਰਹੇ। ਜੀ ਹੁਣ ਪਾਕਿਸਤਾਨ ਨੂੰ ਪਤਾ ਹੈ ਬਈ ਜੀ ਇਹ ਤਾਂ ਇਹਨਾਂ ਨੇ ਕੁਝ ਕਰਨਾ ਨਹੀਂ ਹੈ, ਅਸੀਂ ਜੋ ਮਰਜ਼ੀ ਕਰਦੇ ਰਹੀਏ, ਇਸ ਲਈ ਉਹ ਜੋ ਮਰਜ਼ੀ ਕਰ ਰਹੇ। ਜੀ ਬਿਕਰਮ ਜੀ, ਤੁਸੀਂ ਇਸ ਮੁੱਦੇ ਤੇ ਕੀ ਕਮੈਂਟ I ਕਰਨਾ? think Indian Army ਨੂੰ ਕਾਫੀ ਛੁੱਟ ਦੇਤੀ ਹੈ। Government of India's direction to the Army Chief is to give your unit level at the LOC and the border more freedom. ਜੀ These things ਇਹ ਚੀਜ਼ਾਂ ਲੋਕਾਂ ਨੂੰ ਪਤਾ ਨਹੀਂ ਹੈ, but fact of life ਇਹ ਹੈ ਕਿ Indian Army is also doing covert operations across the LC in POK. ਜੀ They are raiding across. ਜੀ They are killing people across the border. ਜੀ They are killing people whom they think are militant guides. ਜੀ 29 ਜੁਲਾਈ ਨੂੰ ਬੜਾ ਇੰਟਰਸਟਿੰਗ ਐਪੀਸੋਡ ਹੋਇਆ ਸੀਗਾ। ਨੀਲਮ ਵੈਲੀ ਵਿੱਚ ਰਿਪੋਰਟ ਆਈ ਸੀ ਕਿ 4 ਮਿਲੀਟੈਂਟਸ ਇੰਡੀਅਨ ਆਰਮੀ ਨੇ ਮਾਰੇ ਨੇ। ਜੀ ਪਾਕਿਸਤਾਨ ਦੀ ਮੀਡੀਆ ਰਿਪੋਰਟਸ ਨੇ ਇੱਕ ਹੋਰ ਗੱਲ ਕਹੀ। ਜੀ। ਉਹਨਾਂ ਨੇ ਇਹ ਕਿਹਾ ਕਿ ਜੇ 4 ਜਿਹੜੇ ਮਿਲੀਟੈਂਟਸ ਮਾਰੇ ਕਹਿੰਦੇ ਹੋ, ਦੇ ਵਰ ਐਕਚੁਅਲੀ ਸਿਵਿਲੀਅਨਸ ਜੋ ਇੰਡੀਅਨ ਆਰਮੀ ਨੇ ਰੇਡ ਕਰਕੇ ਫੜ ਕੇ ਲੈ ਕੇ ਆਈ ਔਰ ਉਹਨਾਂ ਨੂੰ ਬਾਅਦ 'ਚ ਗੋਲੀ ਮਾਰ ਕੇ ਟੈਰਰਿਸਟ ਦਿਖਾਇਆ ਉਹਨਾਂ ਨੂੰ। ਜੀ Now there is a possibility they were militant guides, civilians living in those villages ਜਿਹੜੇ LOC ਦੇ ਕੋਲ ਨੇ on the POK. ਜੀ So it was a covert operation. Ji. India has got one para commando unit which is special forces which is headquartered at Udhampur. Ji. ਉਹਦਾ special task ਹੀ ਹੈ LOC operations. ਜੀ And that unit has even gone across the LC and killed people across the LC. ਜੀ Okay, it's a fact of life whether anybody likes it or not. ਜੀ But ਬਾਟ this ਸਾਹਿਬ, is ਜਿਹੜਾ ਇਹ ਮਸਲਾ ਹੈ, ਮੈਂ ਸਿਰਫ ਇੱਕ ਜੋ ਬਿਕਰਮਜੀਤ ਹੋਣਾ ਨੇ ਕਿਹਾ ਉਹਦੇ ਵਿੱਚ ਇੱਕੋ ਗੱਲ ਜੋੜਨੀ ਹੈ। ਪਿਛਲੇ ਦਿਨਾਂ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਬਹਿਸ ਹੋਈ, ਜੋ ਜਨਰਲ BK ਸਿੰਘ ਨੇ ਬਿਆਨ ਦਿੱਤਾ, ਉਹਦੇ ਬਾਰੇ ਆਪਾਂ ਨਹੀਂ ਗੱਲ ਕਰਾਂਗੇ, ਪਰ ਉਸ ਦੌਰਾਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਹਾ ਕਿ ਵੀ ਮੁਲਕ ਦੀ ਸੁਰੱਖਿਆ ਨੂੰ ਲੈ ਕੇ ਕਈ ਕਿਸਮ ਦੇ ਜਿਹੜੇ ਖੁਫੀਆ ਆਪਰੇਸ਼ਨ ਚੱਲਦੇ ਨੇ ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ। ਅਸੀਂ ਪਾਕਿਸਤਾਨ ਦੇ ਖੁਫੀਆ ਆਪਰੇਸ਼ਨਾਂ ਦੀ ਤਾਂ ਗੱਲ ਹਿੰਦੁਸਤਾਨ ਦੇ ਵਿੱਚ ਕਰਦੇ ਹਾਂ, ਪਰ ਆਪਣੇ ਆਪਰੇਸ਼ਨਾਂ ਦੀ ਗੱਲ ਨਹੀਂ ਕਰਦੇ। ਜੇ ਇਸ ਪੱਖ ਨੂੰ ਦੇਖਿਆ ਜਾਵੇ, ਜੋ ਵਿਕਰਮਜੀਤ ਹੋਣਾ ਨੇ ਕਿਹਾ, ਜੇ ਉੱਥੇ ਦੇ ਅਖਬਾਰਾਂ ਦੇ ਵਿੱਚ ਜੋ ਖਬਰਾਂ ਛਪਦੀਆਂ ਨੇ ਉਹਨਾਂ ਨੂੰ ਜੋੜ ਕੇ ਦੇਖਿਆ ਜਾਵੇ, ਤੇ ਸਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਸੀਂ ਕਿਸੇ ਹੋਰ ਕਿਸਮ ਦੀਆਂ ਖਬਰਾਂ ਦੇ ਵਿੱਚ ਦਿਲਚਸਪੀ ਰੱਖਦੇ ਹਾਂ, ਉਹ ਕਿਸੇ ਹੋਰ ਕਿਸਮ ਦੀਆਂ ਖਬਰਾਂ 'ਚ ਦਿਲਚਸਪੀ ਰੱਖਦੇ ਨੇ। ਦੇਖੋ ਜੀ, ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੋਣਾ ਜੀ ਇਹਨੂੰ ਕਹਿੰਦੇ ਆ ਪਿਨ ਪ੍ਰਿਕਸ। ਜੀ ਉਹ 4 ਬੰਦੇ ਫੜ ਲਏ, ਲਿਆ ਕੇ ਮਾਰਤੇ, ਤਾਂ ਕੀ ਹੋਇਆ? ਜੀ 40 ਬੰਦੇ ਲਿਆ ਕੇ ਮਾਰ ਦੋ ਤਾਂ ਵੀ ਨਹੀਂ ਕੁਝ ਹੋਣਾ। ਜੀ ਕਰਨਾ ਕੀ ਹੈਗਾ? ਜਿਹੜੇ ਉਹਨਾਂ ਦੇ ਟੈਰਰਿਸਟ ਦੇ ਲਾਂਚਿੰਗ ਪੈਡਸ ਹੈਗੇ ਆ, ਜਿੱਥੋਂ ਉਹ ਆਪਣੇ ਘੁਸਪੈਠੀਆਂ ਭੇਜਦੇ ਆ, ਜੀ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਡਿਸਟਰੋਏ ਕਰਨਾ। ਜੀ ਇਹ ਹੈ ਹਿੰਮਤ ਦੀ ਗੱਲ। ਜੀ ਇਹ ਨਹੀਂ ਬਈ ਜੀ ਤੁਸੀਂ 4 ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਿਰਫ ਖੁਫੀਆ ਆਪਰੇਸ਼ਨ ਨਾਲ ਨਹੀਂ ਗੱਲ ਬਣਦੀ, ਹੁਣ ਸ਼ਰੇਆਮ ਮਾਮਲਾ ਕਰਨ ਦਾ? ਨਹੀਂ, ਖੁਫੀਆ ਆਪਰੇਸ਼ਨ ਜਿਹੜੇ ਆ ਨਾ, ਮੈਂ ਇਹਦੇ ਚ ਪਹਿਲਾਂ ਰਹਿ ਚੁੱਕਿਆ ਕਾਫੀ। ਜੀ ਇਹ ਖੁਫੀਆ ਆਪਰੇਸ਼ਨ ਜਿਹੜੇ ਹੈਗੇ ਆ, ਪਬਲਿਕ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ, ਜੀ ਸਿਰਫ ਸੁਣੀ ਸੁਣਾਈ ਹਰੇਕ ਕੋਈ ਕਹਿੰਦਾ ਰਹਿੰਦਾ। ਜੀ ਅਸੀਂ ਤੇ ਖਦਸ਼ਾ ਹੀ ਜ਼ਾਹਰ ਕਰ ਰਹੇ ਹਾਂ, ਤੇ ਕੁਝ ਅੰਦਾਜ਼ੇ ਲੱਗਦੇ ਨੇ ਜਿਸ ਕਿਸਮ ਦੀ ਬਹਿਸ ਸਾਡੇ ਮੁਲਕ ਦੇ ਵਿੱਚ ਹੋਈ ਹੈ, ਉਹ ਤੋਂ ਪਤਾ ਲੱਗਦਾ ਕਿ ਕੋਈ ਆਪਰੇਸ਼ਨ ਚੱਲਦੇ ਨੇ, ਉਹਨਾਂ ਦੀ ਤਫਸੀਲ ਸਾਨੂੰ ਨਹੀਂ ਪਤਾ। ਉਹਦੇ ਚ ਵੀ ਗੱਲਾਂ ਜ਼ਿਆਦਾ, ਆਪਰੇਸ਼ਨ ਘੱਟ। ਜਿਹੜੀ ਆਪਰੇਸ਼ਨਸ ਹੋ ਰਹੇ ਨੇ, ਕਿਉਂਕਿ ਜੇ ਆਪਰੇਸ਼ਨ ਹੁੰਦੇ ਤਾਂ ਉਹਨਾਂ ਦਾ ਅਸਰ ਹੋਣਾ ਚਾਹੀਦਾ। ਜੇ ਅਸਰ ਨਹੀਂ ਹੋ ਰਿਹਾ ਤਾਂ ਆਪਰੇਸ਼ਨ ਦਾ ਕੋਈ ਫਾਇਦਾ ਨਹੀਂ। What is happening on the LC is that each unit has been told to retaliate very forcefully. ਜੀ The other possibility which is being examined is now to use artillery, because artillery is not being used in the LOC. जी. Ceasefire ਦੇ ਬਾਅਦ ਤਾਂ ਬਿਲਕੁਲ ਫਾਇਰਿੰਗ ਬੰਦ ਹੋ ਗਈ। ਹੁਣ ਜਿਹੜੀ ਫਾਇਰਿੰਗ ਹੋ ਰਹੀ ਹੈ ਮੋਟਰ ਔਰ ਲਾਈਟ ਵੈਪਨਸ ਲਾਈਕ MMG, ਜਿਹੜੀ ਰਾਤ ਵੀ ਮੋਟਰ ਨਾਲ ਫਾਇਰਿੰਗ ਹੋਈ now you want to, we can raise the level to artillery fire, ਜੀ where we target the Pakistani posts directly opposite us and finish them, जी. and make it very prohibitive ਜੀ for any post to sponsor infiltrators and जो bad actions ने border action team Pakistan di across our LC and come. जी. So until you go and kill across the border and make it punishing for the unit across the border, they will keep on doing it.
जी। Now, for example, I just now mentioned the para commandos doing it. In 1998, लश्कर-ए-तोयबा ने साढ़े 29 villages मारे सी परानकोट च, ਜੀ जम्मू च, ਉਹ ਅਤੇ ਉਧਮਪੁਰ ਵਿੱਚ ਸੀਗਾ. After that, one of our para commando units went across the LC and killed 26 villagers. And I think the village was Balanda. ਜੀ ਉਹਦੇ ਬਾਅਦ ਸਾਡੇ ਉਹਨਾਂ ਨੇ ਲਸ਼ਕਰ-ਏ-ਤੋਇਬਾ ਨੇ ਸਾਡੇ ਪਿੰਡੂਆਂ ਨੂੰ ਜਿਹੜੋ ਇਕੱਠੇ ਕਰਕੇ 30 ਮਾਰਦੇ ਸੀ ਉਹ ਬੰਦ ਹੋ ਗਿਆ. ਜੀ That was a very strong retaliation. ਜੀ Okay, so now we can raise the level to artillery. जी. But once we raise the level beyond artillery to air strikes on LOC terrorist camps, मतलब- we are going into conventional warfare. ਜੀ We have ਮਤਲਬ a ਜਿਹੜਾ nuclear- ਸੀਜ਼ਫਾਇਰ ਨਾਂ ਦੀ ਕੋਈ ਚੀਜ਼ ਉੱਥੇ ਨਹੀਂ ਬਚੀ ਹੈ. ਨਹੀਂ ਬਚੇਗੀ ਵੀ ਨਹੀਂ. You ਜੀ। see, we have to be clever enough ਕਿ ਅਸੀਂ ਟੈਨਸ਼ਨ ਨੂੰ ਇੰਨਾ ਐਸਕੇਲੇਟ ਕਰਨਾ ਹੈ ਜੀ till that point where we don't get into a conventional warfare, ਜੀ where it is open warfare, ਜੀ। or with a nuclear overhang ਤੁਸੀਂ and China. ਤੁਸੀਂ ਤੇ ਜਿਹੜੇ ਲੈਫਟੀਨੈਂਟ ਕਰਨਲ ਬਾਠ ਨੇ ਉਹ ਵੱਖਰੇ ਵੱਖਰੇ ਰਾਸਤੇ ਤੋਂ ਕੁੱਲ ਮਿਲਾ ਕੇ ਸਹਿਮਤ ਹੋ ਗਏ ਹੋ. ਹਰਵੰਸ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਖਰੀ ਟਿੱਪਣੀ ਦੇ ਤੌਰ ਦੇ ਉੱਤੇ ਕਿ ਕਿਸ ਕਿਸਮ ਦੀ ਪਹਿਲ ਕਦਮੀ ਕਿਸ ਵੱਲੋਂ ਹੋਣੀ ਚਾਹੀਦੀ? ਇੱਥੇ ਤੇ ਮੈਂ ਮੁਤਫਿਕ ਹਾਂ ਇਹਨਾਂ ਨਾਲ ਕਿ ਸਟਰੋਂਗ ਐਕਸ਼ਨ ਜਿਹੜਾ ਹੈਗਾ ਉਹ ਤਾਂ ਜ਼ਰੂਰੀ ਹੈਗਾ. ਜੀ ਜਦ ਤੱਕ ਉਹ ਨਹੀਂ ਹੁੰਦਾ ਤਦ ਤੱਕ ਜਿਹੜਾ ਹੈਗਾ ਮੈਸੇਜ ਨਹੀਂ ਜਾਂਦਾ ਪ੍ਰੋਪਰ. ਜੀ ਲੇਕਿਨ ਉਹਦੇ ਨਾਲ ਜਿਹੜਾ ਹੈਗਾ ਨਾ ਇਹ ਵੀ ਬੜਾ ਜ਼ਰੂਰੀ ਹੈਗਾ ਔਰ ਸ਼ਾਇਦ ਇਲੈਕਸ਼ਨਾਂ ਲਾਗੇ ਨੇ ਇਸ ਕਰਕੇ ਸਰਕਾਰ ਕੋਈ ਵੀ ਸਟਰੋਂਗ ਡਿਸੀਜਨ ਲੈ ਨਹੀਂ ਸਕਦੀ. ਜੀ ਗੱਲਬਾਤ ਜਿਹੜੀ ਹੈ ਉਹ ਕਰਨੀ ਪਏਗੀ ਜੀ ਕਿਉਂਕਿ ਪਾਕਿਸਤਾਨ ਵੀ ਜਿਹੜਾ ਹੈਗਾ ਨਾ ਸਾਰਾ ਤਾਲਿਬਾਨ ਨਹੀਂ ਹੈ ਜੀ ਔਰ ਪਾਕਿਸਤਾਨ 'ਚ ਵੀ ਜਿਹੜਾ ਹੈਗਾ ਨਾ ਬੇਸ਼ੱਕ ਅਫਗਾਨਿਸਤਾਨ 'ਚ ਲੜਨ ਵਾਲੇ 4000 ਬੰਦੇ ਤਾਲਿਬਾਨ ਜਿਹੜੇ ਨਾ ਪੰਜਾਬੀ ਹੋਣ ਜੀ। ਲੇਕਿਨ ਪੰਜਾਬੀਆਂ ਨੂੰ ਕਦੀ ਵੀ ਕਸ਼ਮੀਰ 'ਚ ਕੋਈ ਦਿਲਚਸਪੀ ਨਹੀਂ ਰਹੀ, ਜੀ ਅੱਜ ਵੀ ਹੈ ਨਹੀਂ, ਜੀ ਨਾ ਕਦੀ ਇਤਿਹਾਸ 'ਚ ਪਹਿਲੇ ਸੀ. ਅਫਗਾਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਹਮੇਸ਼ਾ ਰਹੀ ਹੈ. ਜੀ ਅਫਗਾਨਿਸਤਾਨ ਨਾਲ ਹਮੇਸ਼ਾ ਜਿਹੜਾ ਹੈਗਾ ਨਾ ਸ਼੍ਰੀਨਗਰ ਦਾ ਬਹੁਤ ਹੀ ਗਹਿਰਾ ਰਿਸ਼ਤਾ ਰਿਹਾ ਹੈਗਾ. ਕਦੀ ਸ਼੍ਰੀਨਗਰ ਦੇ ਰਾਜਾ ਨੇ ਜਿਹੜਾ ਹੈਗਾ ਨਾ ਗੰਧਾਰ ਤੇ ਰੂਲ ਕੀਤਾ, ਕਦੀ ਗੰਧਾਰ ਦੇ ਰਾਜਾ ਨੇ ਜਿਹੜਾ ਹੈਗਾ ਉਹ ਕਸ਼ਮੀਰ ਤੇ ਰੂਲ ਕੀਤਾ ਹੈਗਾ. ਉਹ ਇੱਕ ਇਤਿਹਾਸਿਕ ਇਮੋਸ਼ਨਲ ਔਰ ਸਾਂਸਕ੍ਰਿਤਿਕ ਜਿਹੜਾ ਹੈਗਾ ਨਾ ਉਹ ਸੰਬੰਧ ਹੈਗੇ ਨੇ. ਜੀ ਇਸ ਕਰਕੇ ਜਿਹੜਾ ਉਹ ਅਨਸਰ ਹੈਗਾ ਪਾਕਿਸਤਾਨ 'ਚ ਜਿਹੜਾ ਸ਼ਾਂਤੀ ਚਾਹੁੰਦਾ ਹੈਗਾ ਜੀ ਉਹਨਾਂ ਵਾਸਤੇ ਦਰਵਾਜ਼ੇ ਬੰਦ ਨਹੀਂ ਕੀਤੇ ਜਾ ਸਕਦੇ. ਜੀ ਮੈਨੂੰ ਲੱਗਦਾ ਕਿ ਇਸੇ ਮੁੱਦੇ ਗੱਲ ਦੇ ਨਾਲ ਆਪਾਂ ਅੱਜ ਦੀ ਬਹਿਸ ਦਾ ਅੰਤ ਕਰਦੇ ਹਾਂ. ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ. ਮੌਜੂਦਾ ਗੋਲੀਬਾਰੀ ਦਾ ਰੁਝਾਨ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਹੈ. ਇਹ ਰੁਝਾਨ ਆਉਣ ਵਾਲੇ ਸਮੇਂ ਦੇ ਖਦਸ਼ਿਆਂ ਦੀ ਨੁਮਾਇੰਦਗੀ ਵੀ ਕਰਦਾ ਹੈ. ਕੁੱਲ ਮਿਲਾ ਕੇ ਹਾਲਾਤ ਦੀ ਪੇਚੀਦਗੀ ਸਾਡੇ ਸਾਹਮਣੇ ਹੈ ਜਿਸ ਦਾ ਕੋਈ ਬਣਿਆ ਬਣਾਇਆ ਹੱਲ ਕਿਸੇ ਧਿਰ ਕੋਲ ਨਹੀਂ ਹੈ. ਦਰਅਸਲ ਇਹ ਫੌਜੀ, ਸਫਾਰਤੀ, ਕੂਟਨੀਤਿਕ ਅਤੇ ਸਿਆਸੀ ਹੁਨਰ ਦਾ ਇਮਤਿਹਾਨ ਹੈ ਜਿਸ ਤੋਂ ਕਿਨਾਰਾਕਸ਼ੀ ਨਹੀਂ ਹੋ ਸਕਦੀ. ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼. ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ. ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ. ਖਬਰਾਂ ਨਾਲ ਜੁੜੇ ਰਹੋ ਦਿਨ ਰਾਤ.